سن کر آپ کے پاؤں تلے زمین نکل جائے گی کہ ایک باپ جو اپنی بچیوں کی عزتوں کی حفاظت کرتا ہے وہی درندہ صرف انسان اپنی بچی کی عزت روڑ لیتا ہے. میرے ساتھ وہ بچی موجود ہے, ان سے بات کرتے ہیں, ان سے جانتے ہیں کہ یہ سارا واقعہ کس طرح سے ہوا ہے. السلام علیکم بیٹا, کیا نام ہے آپ کا؟ اچھا مجھے یہ بتاؤ کہ آپ اسکول پڑھتی ہو؟ کون سی کلاس میں؟ 1 میں. اس دن کیا ہوا تھا, آپ اسکول نہیں گئی تھی؟ کیا ہوا تھا اس دن, آپ گھر میں کون کون تھا؟ اس دن میں گھر میں اکیلی تھی, میرے بہن بھائی اسکول گئے ہوئے تھا اور میں ٹھیک نہیں تھی. اس دن میں نے چھٹی کی اور پاپا اچانک آئے. میں گھر میں کام کر رہی تھی اور وہ کام کر کے میں لیٹ گئی اور پاپا آئے. میں نے دروازہ کھولا اور پاپا کہتے تم گھر میں کون کون ہے؟ میں نے کہا گھر میں تو میں اکیلی ہوں. پاپا کہتے کمرے میں چلو. میں نہیں گئی. پاپا نے مجھے چھری کا ڈراوا دیا, پھر بھی نہ میں کمرے میں گئی اور مجھے یہ زبردستی کمرے میں لے کے گئے اور اندر سے دروازہ لاک کر دیا اور میں نے چینخیں ماری اور میرے منہ کے آگے ہاتھ رکھ لیا. اس نے کہا کہ اگر تم نے چینخیں ماری تو میں تمہیں مار دوں گا, اور اس لیے پھر میں نے وہ زبردستی کر کے خود بھاگ گئی تھی. آپ کو اس نے چھری کہا تھا کہ چھری نکالی کہ میں آپ کو جان سے مار دوں اگر آپ نے شور مچایا تھا؟ اس ٹائم آپ کے جو باقی بہن بھائی تھے وہ کہاں پہ تھے؟ وہ اسکول گئے ہوئے تھے. تو آپ کے جو والد صاحب ہیں وہ گھر پہ آئے ہیں. جی اس سے پہلے بھی جب آپ کی والدہ گھر پہ نہیں ہوتی تھی یا مطلب باقی بہن بھائی گھر پہ نہیں ہوتے تھے, کبھی اس طرح کی حرکت کی تھی اس نے؟ نہیں کبھی نہیں کی. نہیں. میرے ساتھ اہل محلہ موجود ہیں, ان سے بات کرتے ہیں اور ان سے جانتے ہیں کہ یہ سارا واقعہ کس طرح سے پیش آیا اور وہ بندہ جو ہے وہ پولیس کو کس طرح سے مطلوب ہوا. السلام علیکم. وعلیکم السلام. بھائی میں نے دسو کہ ایک بندے نو اس محلے سے رہنے آیا کتنا عرصہ ہو گیا؟ تقریباً نویں بادی ہے, 2 ਤੋਂ 3 ਸਾਲ ਤੋਂ ਸਾਡੀ ਨਜ਼ਰ ਦੇ ਨਜ਼ਦੀਕ ਹੈ. ਲੰਬਾ ਚੌੜਾ ਅਸੀਂ ਨਹੀਂ ਜਾਣਦੇ ਪਿੱਛੋਂ ਕਿੱਥੋਂ ਦਾ ਰਹਿਣ ਵਾਲਾ ਹੈ. ਇੱਥੇ ਘਰ ਬਣਾਇਆ, ਬਲਕਿ ਘਰ ਵੀ ਉਹਦੇ ਸਸੁਰਾਲਾਂ ਨੇ ਬਣਾ ਕੇ ਦਿੱਤਾ ਉਹਨੂੰ. ਮਿਲੇ ਮਿਲੇ ਘਰ ਦੇ ਹਿਸਾਬ ਨਾਲ ਮਾੜੇ ਘਰ ਨੇ ਤੇ ਉਹਦੇ ਮੁਤਾਬਕ ਆਪਣਾ ਗੁਜ਼ਾਰਾ ਕਰ ਰਹੇ ਨੇ. ਤੇ ਬੱਚੀ ਨਾਲ ਦਰਿੰਦਗੀ ਦਾ ਵਾਕਿਆ ਜਿਹੜਾ ਜੁਮੇ ਵਾਲੇ ਦਿਨ ਦਾ ਵਾਕਿਆ, ਬੱਚੀ ਸਕੂਲ ਨਹੀਂ ਗਈ ਤੇ ਉਸ ਦੀ ਬਣਾ ਤੇ ਜਦੋਂ ਉਹਦਾ ਵਾਲਦ ਘਰ ਆਇਆ ਤੇ ਬੱਚੀ ਇਕੱਲੀ ਸੀ. ਅੱਛਾ. ਕੱਲੀ ਦੀ ਬਣਾ ਤੇ ਫਿਰ ਜਿਸ ਤਰ੍ਹਾਂ ਬਾਕੀ ਗੱਲ ਅਸੀਂ ਵੇਖੀ, ਬੱਚੀ ਨੂੰ ਅਸੀਂ ਜਦੋਂ ਘਰ ਆਣ ਕੇ ਵੇਖਿਆ ਨਾ, ਉਸ ਤੋਂ ਪਹਿਲੇ ਜੋ ਵਕੂਆ ਕੀਤਾ ਉਹ ਤਾਂ ਬੱਚੀ ਨੂੰ ਪਤਾ ਹੀ ਅੱਲਾਹ ਰੱਬੁਲ ਇੱਜ਼ਤ ਵੇਖਦਾ, ਲੇਕਿਨ ਬੱਚੀ ਦੀ ਹਾਲਤ ਜਿਹੜੀ ਸੀ ਉਹ ਇਹ ਸੀ ਕਿ ਤੁਸੀਂ ਖੁਦ ਇਸ ਚੀਜ਼ ਨੂੰ ਸਮਝਦੇ ਹੋ, ਜਾਣਦੇ ਹੋ ਕਿ ਇੱਕ ਬੱਚੀ 10 ਸਾਲ ਦੀ ਹੈ, ਪਹਿਲੀ 1 ਕਲਾਸ ਦੀ ਸਟੂਡੈਂਟ ਹੈ, ਤੇ ਇੱਕ 35 ਤੋਂ 40 ਸਾਲ ਦਾ ਬੰਦਾ ਹੈ, ਉਹਦਾ ਤੇ ਉਹਦਾ ਕੀ ਮੁਕਾਮ ਬਣਦਾ ਹੈ, ਯਾਨੀ ਕਿ ਉਹਨਾਂ ਦਾ ਗੁਜ਼ਾਰਾ ਹੋ ਸਕਦਾ ਹੈ ਕਿ ਉਹ ਉਹਦੇ ਨਾਲ ਫੇਲ ਕਰ ਸਕਦਾ ਹੈ. ਬੱਚੀ ਤਕਲੀਫ 'ਚ ਮੁਬਤਲਾ ਸੀ ਔਰ ਇਸ ਤੋਂ ਅੱਗੇ ਫਿਰ ਅਸੀਂ ਜਿਹੜਾ ਨਾ ਉਹ ਜਿਵੇਂ ਇਤਲਾਹ ਕੀਤੀ ਸੀ, ਅੱਗੇ ਪਿੱਛੇ ਕੀਤੀ ਹੈ, ਪੁਲਿਸ ਨਾਲ ਅਸੀਂ ਰਾਬਤਾ ਕੀਤਾ ਹੈ. ਪੁਲਿਸ ਵਾਲੇ ਆਏ ਨੇ 15 ਦੀ ਕਾਲ ਦੇ ਮੁਤਾਬਕ, ਲੇਕਿਨ ਉਸ ਤੋਂ ਅੱਗੇ ਉਹਦਾ ਕੋਈ ਜਿਹੜੀ ਪੇਸ਼ਰਫਤ ਨਹੀਂ ਕੀਤੀ. ਜਦੋਂ ਬੱਚੀ ਦਾ ਮੈਡੀਕਲ ਕਰਵਾਇਆ, ਮੈਡੀਕਲ ਰਿਪੋਰਟ ਕਰਵਾਉਣ ਤੋਂ ਬਾਅਦ ਤੇ ਉਹਨਾਂ ਨੂੰ ਕਿਹਾ ਕਿ ਇਸ ਤਰ੍ਹਾਂ ਬੱਚੇ ਦੀ ਇਹ ਰਿਪੋਰਟ ਆਈ, ਉਹਦੇ ਨਾਲ ਜ਼ਿਆਦਤੀ ਬਹੁਤ ਜ਼ਿਆਦਾ ਕੀਤੀ ਗਈ ਤੇ ਬੜਾ ਜ਼ਿਆਦਾ ਅੱਛਾ. ਹਸਪੀਟਲ ਤੁਸੀਂ ਲੈ ਕੇ ਗਏ ਹੋ? ਹਸਪੀਟਲ ਵੀ ਲੈ ਕੇ ਗਏ ਨੇ, ਬੱਚੀ ਦੀ ਮੈਡੀਕਲ ਰਿਪੋਰਟ ਵਗੈਰਾ ਵੀ ਯਾਨੀ ਕਿ ਫਸਟ ਮੈਡੀਕਲ ਦੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਕਿ ਬੱਚੀ ਨਾਲ ਵਾਕਿਆ ਹੀ ਜਨਾ ਹੋਇਆ. ਮਾਂ ਜੀ ਤੁਸੀਂ ਕੀ ਲੱਗਦੇ ਇਹਨਾਂ ਦੇ? ਨਾਨੀ ਤੁਹਾਨੂੰ ਕਿਵੇਂ ਪਤਾ ਚੱਲਿਆ ਕਿ ਬੱਚੀ ਨਾਲ ਜਿਹੜਾ ਨਾ ਉਹਦੇ ਸੁਤੇਲੇ ਬਾਪ ਨੇ ਜ਼ਿਨਾ ਕੀਤਾ? ਮੈਂ ਵਾਟੇ ਗਈ ਸੀ, ਮੈਂ ਗਈ ਸੀ ਰਾਜਨ. ਅੱਛਾ. ਤੇ ਮੈਂ ਕੋਲ ਬੇਟੀ ਆਪਦੀ ਛੋਟੀ ਕੋਲ, ਉਹਨੇ ਮੇਰੇ ਬੱਚੇ ਨੇ ਫੋਨ ਕੀਤਾ ਵੀ ਅੰਮੀ ਘਰ ਆ. ਮੈਂ ਕਿਹਾ ਕੀ ਗੱਲ ਹੈ? ਆਂਦਾ ਵੀ ਇਸ ਤਰ੍ਹਾਂ ਮਸਲਾ ਬਣ ਗਿਆ ਤੇ ਜੇ ਖੜੀ ਤਾਂ ਬੈਠੀ ਤਾਂ ਫਟਾਫਟ ਮੈਂ ਉੱਥੋਂ ਨਾ ਆਪਦੇ ਭਨੇਵੇਂ ਨੂੰ ਆਖਿਆ, ਮੈਂ ਆਖਿਆ ਮੈਨੂੰ ਗੱਡੀ ਬਿਠਾ ਦੇ. ਉਹਨੇ ਮੈਨੂੰ ਗੱਡੀ ਬਿਠਾਈ. ਆਉਂਦਿਆਂ ਜਾਂਦਿਆਂ ਫਿਰ ਟਾਈਮ ਤਾਂ ਲੱਗਦਾ ਹੀ ਹੈ. ਇਹ ਆ ਕਿ ਮੈਂ ਆਈਆਂ ਇਸ਼ਾਰੀਆਂ ਜ਼ਾਨਾ ਹੋ ਗਈਆਂ ਤੇ ਮੈਂ ਆਈਆਂ ਤੇ ਫਿਰ ਬੱਚਿਆਂ ਨੇ ਆਖਿਆ ਵੀ ਅੰਮੀ ਆਹ ਮਸਲਾ ਬਣ ਗਿਆ ਤੇ ਉਹਨੇ ਨਾ ਕੀ ਹੱਲ ਸੋਚਣਾ ਚਾਹੀਦਾ. ਮੈਂ ਕਿਹਾ ਜਿਹੜਾ ਹੱਲ ਉਹਨੇ ਕਰ ਗਿਆ ਹੁਣ ਇਹਦਾ ਹੱਲ ਸੋਚਣਾ ਹੀ ਪੈਣਾ ਸਾਨੂੰ. ਇਹ ਆ ਕਿ ਬੱਚੀ ਦੀ ਹਾਲਤ ਹੀ ਇੰਨੀ ਸਾਡੇ ਕੋਲ ਵੇਖੀ ਨਹੀਂ ਜਾਂਦੀ ਪਈ. ਤੁਸੀਂ ਜਦੋਂ ਆਪਣੀ ਬੇਟੀ ਦੀ ਸ਼ਾਦੀ ਕੀਤੀ ਹੈ, ਦੂਸਰੀ ਸ਼ਾਦੀ ਸੀ ਇਸ ਬੰਦੇ ਨਾਲ, ਪਹਿਲੇ ਕੰਮ ਕੀ ਕਰਦਾ ਸੀ? ਪਹਿਲੇ ਵੀ ਇਹੋ ਹੀ ਕਰਦਾ ਸੀ. ਤੁਹਾਨੂੰ ਨਹੀਂ ਸੀ ਪਤਾ ਕਿ ਬੰਦਾ ਇਸ ਤਰ੍ਹਾਂ ਦਾ? ਨਹੀਂ, ਸਾਨੂੰ ਨਹੀਂ ਪਤਾ ਸੀ. ਕੀ ਕਹਿਣਾ ਚਾਹੋਗੇ ਤੁਸੀਂ ਬੱਚੀ ਦੇ ਇਨਸਾਫ ਵਾਸਤੇ? ਬੱਚੀ ਦੇ ਇਨਸਾਫ ਵਾਸਤੇ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ. ਉਹ ਪਕੜਿਆ ਗਿਆ, ਉਹਨੂੰ ਸਜ਼ਾ ਉਹਨੂੰ ਸਾਹਿਬ ਨੇ ਕਰਕੇ ਉਹਨੂੰ ਗੋਲੀ ਮਾਰ ਦੇਣ. جی ناظرین, آپ نے اہل محلہ کی بھی بات سنی. یعنی کہ یقین کریں کہ اس واقعے کو جب انسان سوچتا ہے تو اس کی سوچ جو ہے وہ یہ سوچنے پر مجبور ہو جاتی ہے کہ کیا واقعی ہی باپ تھا 7 سال بچیوں کے ساتھ زندگی گزارنے کے بعد, یعنی کہ وہ ستیلا باپ جس نے اپنی نابالغ بچی کی زندگی تباہ کر دی ہے. میری پولیس کے افسران سے صرف اتنی سی گزارش ہے, آپ کے گھر میں بھی بچی ہیں, خدا نہ خواستہ کل کو ان کے ساتھ کس طرح کا انسیڈنٹ ہو جاتا ہے, واقعہ پیش آ جاتا ہے, تو کیا آپ ان کے انصاف کے لیے کوئی ایسا ایکشن نہیں لیں گے, کوئی ایسا قانون پاس نہیں کروائیں گے؟ ہمارے ملک کے اندر ایک ایسے قانون کی ضرورت ہے کہ اگر اس
सौतेले बाप को किसी चौराहे पे खड़ा करके गोली मारी जाए, तो मेरे ख्याल में जो ज़नाकारी के केस रोज़ाना की बेस पे सामने आ रहे हैं, ये बिल्कुल ख़त्म हो जाएंगे जब लोगों को पता चलेगा कि इसकी सज़ा सिर्फ़ और सिर्फ सज़ाए मौत है। तो कोई भी बंदा गलतकारी की तरफ नहीं जाएगा, क्योंकि ज़िंदगी हर बंदे को प्यारी है। अगर किसी को ये पता चलेगा कि मैं छूट जाऊंगा, तो ज़ाहिर सी बात है वो इस तरह की जराइम करेगा और इस तरह के जो वाक़यात हैं वो कम होने की बजाय बढ़ेंगे। इसलिए कोई ऐसा कानून बनाए जिसमें अमीर गरीब हर बंदे को इंसाफ मिले। इसके साथ ही अपने मेज़बान उमैर अली को इजाज़त दीजिए। देखते रहिए 42 HA TV। अल्लाह ने